ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਰਥ ਵਿਚਾਰ ਲਈ ਨਿਯਮ ਵਿਸ਼ੇ 'ਤੇ ਵਿਚਾਰ ਕਰਦੇ ਹਾਂ। ਅੱਜ ਅਸੀਂ ਇੱਕ ਹੋਰ ਸ਼ੈਲੀ ਦੀ ਵਿਚਾਰ ਕਰ ਰਹੇ ਹਾਂ। ਇਸ ਨੂੰ ਕਹਿੰਦੇ ਨੇ ਸੂਤਰਬੱਧ ਸ਼ੈਲੀ। ਇਸ ਸ਼ੈਲੀ ਦੇ ਇਹ ਗੁਣ ਹਨ। ਇਸ ਸ਼ੈਲੀ ਅਨੁਸਾਰ ਬਹੁਤ ਵੱਡੀਆਂ ਗੱਲਾਂ, ਬਹੁਤ ਵੱਡੇ ਸਿਧਾਂਤ ਬੜੇ ਸਰਲ ਜਿਹੇ ਵਾਕਿਆ ਵਿੱਚ ਛੋਟੇ ਜਿਹੇ ਇੱਕ ਪੰਕਤੀ ਵਿੱਚ ਬਿਆਨ ਕਰ ਦਿੱਤੇ ਜਾਂਦੇ ਨੇ। ਜਿਵੇਂ ਕਿ ਸਾਗਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲੀ ਗੱਲ ਹੁੰਦੀ ਹੈ। ਤਾਂ ਇਹ ਐਸੀ ਜਿਹੜੀ ਵਿਧੀ ਹੈ ਗੁਰਬਾਣੀ ਵਿੱਚ ਵਰਤੀ ਗਈ ਜਿਹੜੀ ਸ਼ੈਲੀ, ਇਸ ਨੂੰ ਅਸੀਂ ਸੂਤਰਬੱਧ ਸ਼ੈਲੀ ਕਹਾਂਗੇ। ਜਿਵੇਂ ਜੇ ਤੂੰ ਤਾਰੂ ਪਾਣਤਾ ਹੂੰ ਪੁੱਛ ਤਿੜਨ ਕਲ। ਬਈ ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ ਤੇ ਤਾਹੂੰ ਪੁੱਛ ਤਿੜਨ ਕਲ। ਤੂੰ ਇਹ ਜਿਹੜੀ ਤਰਨ ਦੀ ਕਲਾ ਹੈ, ਤਾਰੂਆਂ ਨੂੰ ਪੁੱਛ ਜਾ ਕੇ, ਜਿਹੜੇ ਤਾਰੀਆਂ ਮਾਰਦੇ ਜਾਣਦੇ ਨੇ ਉਹਨਾਂ ਨੂੰ ਪੁੱਛ ਜਾ ਕੇ ਜੇ ਤੂੰ ਤਰਨਾ ਚਾਹੁੰਦਾ ਹੈ। ਅਤੇ ਨਾਲੇ ਜੇ ਤੂੰ ਤਰਨਾ ਚਾਹੁੰਦਾ ਹੈ ਫਿਰ ਤੈਨੂੰ ਪਾਣੀ 'ਚ ਉਤਰਨਾ ਪੈਣਾ ਹੈ। ਤਾਰੂ ਮਨ ਲਈ ਪਾਣੀ 'ਤੇ ਉਤਰਨਾ ਹੀ ਪੈਣਾ ਹੈ, ਬਾਹਰ ਰਹਿ ਕੇ ਤੈਰਿਆ ਨਹੀਂ ਜਾ ਸਕਦਾ। ਅਤੇ ਇਹ ਤੂੰ ਕਿਸੇ ਤਾਰੂ ਕੋਲ ਜੋ ਤਰਨਾ ਜਾਣਦਾ ਹੈ ਉਹਨੂੰ ਜਾ ਕੇ ਉਸਤਾਦ ਧਾਰੇਗਾ ਤਾਂ ਇਹ ਤੂੰ ਇਹ ਤਿੜਨ ਦੀ ਜਿਹੜੀ ਤਰਨ ਦੀ ਕਲਾ ਹੈ ਇਹਨੂੰ ਜਾਣ ਸਕੇਗਾ। ਇੱਕ ਹੋਰ ਪੰਕਤੀ ਗੁਰੂ ਨਾਨਕ ਦੇਵ ਜੀ ਦੀ ਹੈ, ਮਨ ਨੂੰ ਕੱਲਾ ਉੱਠੀ ਚੱਲਾ ਸਾਧ ਨਹੀਂ ਇਵੇਂ ਹੀ ਗੱਲ ਹੈ। ਇੱਕੋ ਪੰਕਤੀ ਦੇ ਵਿੱਚ ਪੂਰਾ ਇਨਸਾਨੀ ਜੀਵਨ ਦਾ ਜੋ ਮਨੋਰਥ ਹੈ ਉਹਨੂੰ ਦ੍ਰਿੜ ਕਰਵਾਇਆ ਗਿਆ ਕਿ ਪਰਮਾਤਮਾ ਇਨਸਾਨ ਨੂੰ ਸੰਸਾਰ ਦੇ ਭੇਜਦਾ ਹੈ, ਮਨ ਨੂੰ ਇਨਸਾਨ ਘੱਲਦਾ ਹੈ, ਭੇਜਦਾ ਹੈ, ਉੱਠੀ ਚੱਲਾ। ਅਤੇ ਬੰਦਾ ਸੰਸਾਰ 'ਤੇ ਆਇਆ ਅਤੇ ਮੰਦੇ ਚੰਗੇ ਕਰਮਾਂ ਵਿੱਚ ਕੋਈ ਗੁਰੂ ਮਤ ਅਨੁਸਾਰ ਆਪਣੀ ਜੀਵਨ ਦੀ ਸ਼ੈਲੀ ਨਹੀਂ ਬਣਾਈ, ਜੀਵਨ ਦੀ ਮਰਿਆਦਾ ਨਹੀਂ ਬਣਾਈ। ਇਸ ਤਰ੍ਹਾਂ ਹੀ ਸੰਸਾਰ ਤੋਂ ਖਾਲੀ ਬਸ ਕੰਮਾਂ ਕਾਜਾਂ ਦੇ ਧੰਦੇ ਹੀ ਢਾਉਂਦਾ ਰਿਹਾ ਅਤੇ ਇਸ ਤਰ੍ਹਾਂ ਕਰਕੇ ਜ਼ਿੰਦਗੀ ਇਸਨੇ ਸਾਰੀ ਗੁਜ਼ਾਰ ਦਿੱਤੀ। ਅਤੇ ਉੱਠੀ ਚੱਲਾ, ਖਾਲੀ ਹੱਥੀ ਉੱਠ ਕੇ ਚਲਾ ਗਿਆ, ਕੋਈ ਜੀਵਨ ਦੀ ਕਮਾਈ ਨਹੀਂ ਕੀਤੀ। ਇਨਸਾਨੀ ਜੀਵਨ ਦਾ ਜਿਹੜਾ ਬਹੁਤ ਵੱਡਾ ਉੱਚਾ ਲਕਸ਼ ਸੀ ਉਸ ਦੇ ਬਾਰੇ ਕੁਝ ਵੀ ਨਹੀਂ ਕੀਤਾ। ਅਤੇ ਫਿਰ ਕਹਿੰਦੇ ਨੇ ਸਾਧ ਨਹੀਂ ਇਵੇਂ ਹੀ ਗੱਲ ਹੈ। ਇਹੋ ਜਿਹੀ ਜ਼ਿੰਦਗੀ ਦਾ, ਇਹੋ ਜਿਹੀ ਗੱਲ ਦਾ ਕੋਈ ਸਵਾਦ ਨਹੀਂ ਵੀ ਇੰਨਾ ਕੀਮਤੀ ਅਮੁੱਲਕ ਮਨੁੱਖਾ ਜਨਮ ਮਿਲਿਆ, ਪਰ ਇਸ ਜਨਮ 'ਚ ਆ ਕੇ ਉਹ ਕਮਾਈ ਨਾ ਕੀਤੀ ਜਿਹਦੇ ਨਾਲ ਉਹ ਆਪਣੇ ਸੋਮੇ ਪਰਮਾਤਮਾ ਵਿੱਚ ਆਪਣੇ ਮੂਲ ਵੀ ਜਾ ਕੇ ਸਮਾ ਸਕਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਲਕਸ਼ ਬੜੇ ਦੂਰ ਰਹਿ ਗਿਆ। ਫਿਰ ਇਹੋ ਜਿਹੇ ਜੀਵਨ ਦਾ ਕੀ ਲਾਭ, ਮਾਨੋ ਕੱਲਾ ਉੱਠੀ ਚੱਲਾ ਸਾਧ ਨਹੀਂ ਇਵੇਂ ਹੀ ਕੱਲਾ। ਇਹੋ ਜਿਹੀ ਜ਼ਿੰਦਗੀ ਦਾ ਕੋਈ ਸਵਾਦ ਨਹੀਂ, ਇਹੋ ਜਿਹੀ ਗੱਲ ਦਾ ਕੋਈ ਮਜ਼ਾ ਨਹੀਂ। ਤਾਂ ਇੱਕ ਪੰਕਤੀ ਦੇ ਵਿੱਚ ਹੀ ਪੂਰੇ ਜੀਵਨ ਦਾ ਸੰਦੇਸ਼ ਲੁਕਿਆ ਪਿਆ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮਾਰੀ ਮਰੂ ਕੁਸੰਗੀ ਕੇਲੇ ਨਿਕਟ ਜੋ ਬੇਰ, ਉਹ ਝੁੱਲਾ ਉਹ ਚੀਰੀਆ ਸਾਖਤ ਸੰਗ ਨਾ ਹੇਰ। ਇਹਦੇ ਵਿੱਚ ਵੀ ਬੜੀ ਵੱਡੀ ਰਮਜ ਹੈ ਕਿ ਭਾਈ ਜਿਹੜੀ ਭੈੜੀ ਸੰਗਤ ਹੈ, ਗਲਤ ਇਨਸਾਨ ਦੀ ਸੰਗਤ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਕੇਲੇ ਦੇ ਨੇੜੇ ਬੇਰੀ ਦਾ ਬੂਟਾ ਹੋਵੇ ਅਤੇ ਜਦੋਂ ਹਵਾ ਚੱਲਦੀ ਹੈ ਜ਼ੋਰ ਦੀ ਤਾਂ ਕੇਲੇ ਦੇ ਪੱਤੇ ਬੇਰੀ ਨਾਲ ਜਾ ਕੇ ਖਹਿੰਦੇ ਨੇ ਅਤੇ ਬੇਰੀ ਦੇ ਕੰਡਿਆਂ ਨਾਲ ਉਹ ਪੱਤੇ ਚੀਰੇ ਫਾੜੇ ਜਾ ਕੇ ਪੁਰਜ਼ਾ ਹੋ ਜਾਂਦੇ ਨੇ। ਤਾਂ ਕਹਿੰਦੇ ਨੇ ਵੀ ਮਾੜੀ ਸੰਗਤ ਵੀ ਬਸ ਇਹੋ ਜਿਹੀ ਹੈ। ਕਬੀਰ ਜੀ ਨੇ ਕੈਸਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਕਿ ਕਬੀਰ ਮਾਰੀ ਮਰੂ ਕੁਸੰਗ ਕੀ, ਕੁਸੰਗ ਭੈੜੇ ਸੰਗ ਦੀ ਮੈਂ ਮਾਰੀ ਵੀ ਮਰ ਰਹੀ ਹਾਂ। ਕਿਵੇਂ ਮਰ ਰਹੀ ਹਾਂ? ਜਿਵੇਂ ਕੇਲੇ ਨਿਕਟ ਜੋ ਬੇਰ, ਜਿਵੇਂ ਕੇਲੇ ਦੇ ਨੇੜੇ ਬੇਰੀ ਹੋਵੇ ਅਤੇ ਜੋ ਕੇਲੇ ਦੇ ਪੱਤਿਆਂ ਦਾ ਹਾਲ ਹੁੰਦਾ ਉਹੀ ਮੇਰੀ ਜੀਵਨ ਦਾ ਹਾਲ ਹੋ ਗਿਆ। ਉਹ ਝੁੱਲਾ ਉਹ ਚੀਰੀ ਹੈ, ਉਹ ਜਦੋਂ ਝੁੱਲਦੇ ਨੇ ਅਤੇ ਚੀਰੇ ਜਾਂਦੇ ਨੇ ਪੱਤੇ, ਸਾਕਤ ਸੰਗ ਨਾ ਹੇਰ। ਇਸ ਲਈ ਭਾਈ ਸਾਕਤ ਦਾ ਸੰਗ ਨਾ ਕਰ, ਨਾਸਤਕ ਦਾ ਸੰਗ ਨਾ ਕਰ। ਬੇਗੁਰੇ ਬੇਪੀਰੇ ਬੰਦੇ ਦੀ ਜੀਵਨ ਸ਼ੈਲੀ ਜਿਹੜੀ ਹੈ ਉਹ ਤੇਰੇ ਜੀਵਨ 'ਤੇ ਅਸਰ ਪਾਵੇਗੀ। ਤੂੰ ਮਾੜੀ ਸੰਗਤ ਨਾ ਕਰ। ਅਤੇ ਦ੍ਰਿਸ਼ਟਾਂਤ ਕਿੰਨਾ ਪਿਆਰਾ ਦਿੱਤਾ, ਬੜੇ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਦੇ ਵਿੱਚ ਬਹੁਤ ਆਸਾਨੀ ਨਾਲ ਕੁਝ ਸੰਗਤ ਦਾ ਕੀ ਫਲ ਮਿਲਦਾ ਹੈ ਇਹ ਸਮਝਾ ਦਿੱਤਾ ਗਿਆ ਕਿ ਜੀਵਨ ਜਿਹੜਾ ਹੈ ਉਹ ਇਨਸਾਨੀ ਪੱਧਰ ਤੋਂ ਗਿਰ ਕੇ ਹੈਵਾਨੀ ਤਰ੍ਹਾਂ ਦੇ ਜੀਵਨ ਬਣ ਜਾਂਦਾ ਹੈ ਜੇ ਬੰਦਾ ਕੁਸੰਗਤ ਕਰੇ, ਭਲੀ ਸੰਗਤ ਨਾ ਕਰੇ। ਤਾਂ ਇਹ ਕੁਝ ਦ੍ਰਿਸ਼ਟਾਂਤ ਸਨ ਸੂਤਰਬੱਧ ਸ਼ੈਲੀ ਦੀ। ਇਸ ਤਰ੍ਹਾਂ ਗੁਰਬਾਣੀ ਵਿੱਚ ਬੇਅੰਤ ਐਸੇ ਪੰਕਤੀਆਂ, ਐਸੇ ਪ੍ਰਮਾਣ, ਐਸੇ ਸ਼ਲੋਕ ਮਿਲਣਗੇ ਜਿਨ੍ਹਾਂ ਵਿੱਚ ਇੱਕ ਇੱਕ ਪੰਕਤੀ ਦੇ ਵਿੱਚ ਜ਼ਿੰਦਗੀ ਦੇ ਬੜੇ ਬੜੇ ਵੱਡੇ ਸਿਧਾਂਤ ਜਿਹੜੇ ਹਨ ਪ੍ਰਗਟ ਕਰ ਦਿੱਤੇ ਗਏ ਹਨ। ਉਹਨਾਂ ਨੂੰ ਆਪਣੇ ਮਨ ਵਿੱਚ ਵਸਾਉਣ ਦੀ ਲੋੜ ਹੈ। ਅਰਥ ਕਰਦੇ ਟਾਈਮ ਉਹਨਾਂ ਦੇ ਡੂੰਘੇ ਭਾਵਾਂ ਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਵਿੱਚ ਕੁਝ ਭਾਰੂ ਲਫ਼ਜ਼ਾਂ ਵਾਲੀ ਸ਼ੈਲੀ ਵੀ ਮੌਜੂਦ ਹੈ। ਬੜੇ ਭਾਰੇ ਲਫ਼ਜ਼ ਜਿਹੜੇ ਬੜੇ ਦੇਖਣ 'ਚ ਬੜੇ ਔਖੇ ਲੱਗਦੇ ਨੇ, ਪਰ
ध्यान नाल जे पढ़िया जाए विचारिया जाए उन्हों का अर्थ भाव तो बहुत रसदायक बहुत मिठास भरिया वो मिलता है, उन्होंने विचों विचार मिलता है। करपूर पुहब सुगंधा परस मनुख्या देहिंग मिलीनिंग मज्जा रुधिर दुर्गंधा नानक अत गर्भेन अज्ञानो। करपूर पुहब सुगंधा परस मनुख्या देहिंग मलीनिंग, इंसान अपनी देही नूं बहुत सारिया खुशबूदार वस्तुआं सुगंधित वस्तुआं जिवें करपूर फुल पूप सुगंधा सुगंधी वाली चीज़ां अजकल कई किस्म के सेंट चले ने, कई किस्म के स्प्रे चले ने शरीर नूं कपड़े नूं खुशबूदार बनाने वास्ते। परस मनुख्या देही पर मनुखा देह नूं परसन नाल छूण नाल मलीनिंग वो भी मलीन हो जाते हैं। इंसानी देह जिहड़ी है भाव इस नूं ज़्यादा साजना सवारना देह अध्यास वाली जिहड़ी मनोवृत्ति है इस नूं परहेज करने लई कहा गया है। मुझा रुधिर दुर्गंध मजा रुधिर दुर्गंधा नानक अथ गर्भेन अज्ञान। पर इंसान की देही है की है हाड़ मास नाड़ी को पिंजर, ये मिंज खून हड्डियां ते ये चम लपेटिया हुआ शरीर है तो ये उत्ते बंदा इन्ना मान करता कि इनू इन्नियां अतर फनाला लाई जाता है, खुशबूदार बनाई जाता है, सुंदर बनाई जाता है। पर जड़ियाँ चीज़ां सुगंधित इन्होंने लाता उन्होंने सुगंधी भी इस शरीर नाल जुड़ के खत्म हो जाती है। तो फिर इस शरीर का की मुल है जे इस शरीर च वसदा मन आत्मा पवित्र ना कर सके, असी गुरु के लल लगे जीवन उच्चा ना कर सके तो ऐसे जीवन का कोई लाभ नहीं। तो इस देह अध्यास वाली मनोवृत्ति का कितने प्यारे लफ्ज़ों के विच गुरु साहब ने ये विचार समझा दिता कि देही का मुल ताही है जे इस देही नूं मिलन का मनोरथ पूरा करिए। पेई प्राप्त मानुख देहुरिया गोबिंद मिलन की ये तेरी बरिया। ये गल असीं समझिए कि अवर काय तेरा किता ना काम मिल साध संगत भज केवल नाम सरंजाम लाग भवजल तरन कै। इस भवसागर तू तरन दे आहार विच लग भाई, नहीं तो तेरा जीवन बेकार है। फिर वही हाल है वे मानू कल्ला उठी चला साध नहीं, ये ही गल्ला वाली गल है। तो इत्थे ये बहुत वड्डा संदेश जिहड़ा है इन्हों भारू लफ्ज़ भारू ने लेकिन बीच विचार बड़ी प्यारी दी गई है। इस तरह वक् वक् शब्द शक्तियों की वरतों वाली शैली भी गुरु ग्रंथ साहब जी वरती गई है, जिन्हां विच जानवरों के पंछियों के कई चीज़ों के दृष्टांत दिते गए हैं। इस शैली के राही शब्दों के जोड़े वाचक अर्थ ले जाते हैं। जिमें साडे मुख मंत्री ने विदेशों चों मिलिया शेर चिड़िया घर में जमा करवा दिता। इस वाक विचले शेर के अर्थ अबिदा वाला सीधा शेर भाव जानवर होएगा। सरदार हरी सिंह नलवा पंजाब के शेर सी, पर इत्थे उन्होंने शेर जा पंजाब का शेर इत्थे शेर वो सीधे अर्थ नहीं हो सकते जंगली जानवर वाले। इत्थे शेर तो भाव है कि हरी सिंह जी नलवा बहुत बहादुर सूरमे सन, पर पहली पंक्ति भी शेर के अर्थ सीधे जानवरों वाले हो सकते हैं। जंगली शेर चिड़िया घर च उही होंदे ने। इन्होंने दोवों वाकों के विच लफ्ज़ एको ही है शेर, लेकिन उन्होंने अर्थ वख वख। सिंह रुचा सद भोजन मास, इस गुरबाणी वाक में सिंह तू भाव अबिदा वाला अर्थ जानवर शेर तू है कि जरा शेर होंदा है वो मास का भोजन खा के बड़ा खुश होंदा है, प्रसन्न होंदा है क्योंकि शेर का कुदरत ने वही खाजा रखा है। सिंह रुचा सद भोजन मास, सिंह मैंने शेर रुचा मैंने उसकी जी रुचि होंगी है, सदा भोजन मास वाला भोजन वरतन में उसकी खुशी होंगी है। दूजे पासे तय साहिब की बात जे आख्या को नानक क्या दीजै, सीस वड्डे कर बैसन दीजै विन सिर सेव करीजै। हुण ये जिहड़ी पंक्ति है ये सीस वड्डे कर बैसन दीजै विच असीं ये अर्थ नहीं कर सकते कि गुरु आए तो उहदे अगे सीस वड्ड के किसी बिंडे की थां किसी बहन वाली जी मूड़े की थां असीं उहनूं सिर वड्ड के देवांगे। इस तो भाव ही नहीं है, सीधे अर्थ नहीं निकलते सिर वड्ड के देने वाले। इस तो भाव अत दर्जे का सत्कार, इतना सत्कार कि उन्होंने पैरों थले अपना आप रखने को जी करे। तो कहते तय साहिब की बात जी आख्या को नानक कह दीजिए, जड़ा उस परमात्मा की गल करे उसकी वार्ता सुनावे, उसका कितना सत्कार होना चाहिए है कि सीस वड्डे कर बैसन दीजा विन सिर सेव करीजै। हुण बिना सिर की सेवा होएगी, सिर होएगा तो सिर च दिमाग है तो वह सोचता विचारता सिमरन करता सेवा करता,
पर इत्थे ना तो सिर वड्ढण की गल है तो ना सिर पैरों थले देने की गल है अत सत्कार अत दर्जे के सत्कार की गल है। जिमें गुरु नानक साहब अत सत्कार में निम्रता विचार कहते हैं, नानक नीच कह विचार वारण जब एक वर्ष पीछे विचार आए हाँ कि नीच तू भाव ये समझ लेना कि गुरु साहब का जीवन कोई नवे पद्धर का सी, ऐसा नहीं है। तो गुरबाणी में शब्द जोड़े ने उन्होंने कई दफ़ा तो सीधे अर्थ होंगे ने, कई दफ़ा सीधे अर्थ नहीं होंगे। तो ये गल समझने वाली होंगी कि कितने असी उस शब्द का सीधा अर्थ करांगे, कितने वो शब्द का अर्थ जोड़ा है भावात्मक होगा। इस शैली में असी कुछ विचार कल करांगे। वाहिगुरू जी का खालसा वाहिगुरू जी की फतेह।